ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਸਾਨ ਅੰਦੋਲਨ ਨਾਲ ਸੰਬੰਧਿਤ ਜਿਹੜੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਸੀਗੀਆਂ ਉਹਨਾਂ ਉੱਤੇ ਅੱਜ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਉਸ ਦੇ ਸਬੰਧ ਦੇ ਵਿੱਚ 3 ਜਿਹੜੀਆਂ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਨੋਟਿਸ ਦਿੱਤਾ ਕੱਲ੍ਹ ਤੱਕ ਕਿ ਉਹ ਆਪਣੀ ਸਾਰੀ ਸਥਿਤੀ ਇਹਦੇ ਬਾਰੇ ਸਪਸ਼ਟ ਕਰਨ। ਉਹਦੇ ਵਿੱਚੋਂ ਇੱਕ ਪਟੀਸ਼ਨ ਤਾਂ ਇਸ ਗੱਲ ਨਾਲ ਸੰਬੰਧਿਤ ਸੀ ਕਿ ਸੜਕਾਂ ਖਾਲੀ ਕਰਾਈਆਂ ਜਾਵੇ ਤੇ ਉੱਥੋਂ ਜਿਹੜਾ ਧਰਨਾ ਹੈ ਉਹ ਚੁਕਵਾਇਆ ਜਾਵੇ। ਦੂਸਰੀ ਪਟੀਸ਼ਨ ਇਸ ਗੱਲ ਨਾਲ ਸੰਬੰਧਿਤ ਸੀ ਕਿ ਕਿਸਾਨਾਂ ਨੇ ਜਿਹੜੀਆਂ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ। ਤੇ ਤੀਸਰੀ ਪਟੀਸ਼ਨ ਇਸ ਗੱਲ ਨਾਲ ਸੰਬੰਧਿਤ ਸੀ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਜਿਸ ਤਰ੍ਹਾਂ ਉਲੰਘਣਾ ਹੋ ਰਹੀ ਹੈ ਔਰ ਉਹ ਸਾਰੇ ਦਾ ਉਹਦਾ ਨੋਟਿਸ ਲਵੇ ਸੁਪਰੀਮ ਕੋਰਟ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੀ ਹੈ ਕਿ ਜਿਹੜੇ ਗੱਲਬਾਤ ਹੋਈ ਹੈ ਪਹਿਲਾਂ 6 ਗੇੜ ਦੀ ਉਹਨਾਂ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਤੇ ਅੱਗੇ ਵੀ ਨੈਗੋਸੀਏਸ਼ਨ ਜਿਸ ਤਰ੍ਹਾਂ ਦੀ ਦੋਨਾਂ ਧਿਰਾਂ ਦੀ ਪਹੁੰਚ ਬਣੀ ਹੋਈ ਹੈ, ਸੋਚ ਬਣੀ ਹੋਈ ਹੈ, ਉਹਦੇ ਤੋਂ ਕੋਈ ਨਤੀਜਾ ਨਿਕਲਣ ਦੀ ਆਸ ਨਹੀਂ। ਇਸ ਕਰਕੇ ਜਿਹੜੀ ਹੈ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਤੇ ਜਿਹੜੇ ਕੇਂਦਰ ਸਰਕਾਰ ਦੇ ਨੁਮਾਇੰਦੇ ਹੋਣ ਤਾਂ ਉਹ ਕਮੇਟੀ ਜਿਹੜੀ ਹੈ ਇਸ ਮਸਲੇ ਦਾ ਹੱਲ ਕਰੇ। ਹੁਣ ਇਹਦੇ ਉੱਤੇ ਕੱਲ੍ਹ ਦੀ ਜਿਹੜੀ ਸੁਣਵਾਈ ਹੈ ਜਦੋਂ ਰਾਜ ਸਰਕਾਰਾਂ ਜਵਾਬ ਦੇ ਦੇਣਗੀਆਂ, ਕੇਂਦਰ ਸਰਕਾਰ ਜਵਾਬ ਦੇਵੇਗੀ ਤਾਂ ਫਿਰ ਪਤਾ ਲੱਗੇਗਾ ਕਿ ਗੱਲ ਅੱਗੇ ਕਿਸ ਪਾਸੇ ਨੂੰ ਤੁਰਦੀ ਹੈ। ਤੇ ਦੂਸਰਾ ਇਹਦੇ ਨਾਲ ਜੁੜਿਆ ਹੈਗਾ ਕਿ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਲਿਖਤੀ ਜਿਹੜਾ ਜਵਾਬ ਵੀ ਆਪਦਾ ਸਰਕਾਰ ਨੂੰ ਭੇਜ ਦਿੱਤਾ। ਉਹਦੇ 'ਚ ਜਿਸ ਤਰ੍ਹਾਂ ਉਹਨਾਂ ਦਾ ਫੈਸਲਾ ਸੀਗਾ ਉਹਨਾਂ ਨੇ ਸਰਕਾਰ ਦੇ ਜਿਹੜੇ ਪ੍ਰਸਤਾਵ ਸੀ ਰੱਦ ਕਰ ਦਿੱਤੇ ਆ ਤੇ ਨਾਲ ਹੀ ਉਹਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਜਿਹੜੇ 3 ਖੇਤੀ ਕਾਨੂੰਨ ਆ ਇਹਨਾਂ ਨੂੰ ਰੱਦ ਕੀਤਾ ਜਾਵੇ। ਜੰਮੂ ਜਿਹੜਾ ਸੁਪਰੀਮ ਕੋਰਟ ਦਾ ਅੱਜ ਸੁਣਵਾਈ ਹੋਈ ਹੈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਨੋਟਿਸ ਲੈ ਕੇ ਜਿਹੜੀ ਕਾਰਵਾਈ ਕੀਤੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਦੇ 'ਚ ਕਿਸਾਨ ਅੰਦੋਲਨ ਜਿਹੜਾ ਇੱਕ ਨਵਾਂ ਜਿਹੜਾ ਪੜਾਅ ਹੈ ਉਹਦੇ ਵਿੱਚ ਕੋਰਟ ਵੱਲੋਂ ਜਿਹੜਾ ਦਖਲ ਹੈ ਉਹ ਵੀ ਆ ਗਿਆ? ਦੇਖੋ ਜੰਡੂ ਸਾਹਿਬ, ਜਿੱਥੋਂ ਤੱਕ ਸੁਪਰੀਮ ਕੋਰਟ ਦਾ ਮਸਲਾ ਹੈਗਾ ਜੀ, ਸੁਪਰੀਮ ਕੋਰਟ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਆ ਉਹਨੂੰ ਅਪ ਹੋਲਡ ਕਰਨ ਦੀ ਉਹਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਜੀ ਜਿਹੜੇ ਦੇਸ਼ ਦੇ ਸੰਵਿਧਾਨ ਜਿਹੜੇ ਸੂਬਿਆਂ ਨੂੰ ਹੱਕ ਮਿਲੇ ਸੀ ਉਹਨਾਂ ਦੀ ਉਲੰਘਣਾ ਕੀਤੀ ਹੈ। ਜੀ ਜੀ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਹੈ ਉਹ ਸੂਬਿਆਂ ਨੂੰ ਹੈ। ਤੁਹਾਡੇ ਮੁਤਾਬਕ ਇਹ ਜਿਹੜੇ 3 ਖੇਤੀ ਕਾਨੂੰਨ ਆ ਇਹ ਗੈਰ ਸੰਵਿਧਾਨਕ ਹੈ? ਬਿਲਕੁਲ ਜੀ। ਇਹਨਾਂ ਦੇ ਵਿੱਚ ਦੂਜਾ ਹੈਗਾ ਮਾਰਕੀਟਿੰਗ ਵਾਲਾ ਜੀ, ਉਹ ਵੀ ਸੂਬਾ ਸਰਕਾਰਾਂ ਦਾ ਅਧਿਕਾਰ ਖੇਤਰ ਹੈ। ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਉਲੰਘਣਾ ਕੀਤੀ ਹੈ। ਹਾਂਜੀ। ਤੀਜਾ ਜਿਹੜਾ ਕਾਨੂੰਨ ਆ ਜਿਹੜਾ ਜ਼ਖੀਰੇ ਦਾ ਹੋਲਡਿੰਗ ਵਾਲਾ ਐਸੈਂਸ਼ੀਅਲ ਕਮੋਡਿਟੀ ਐਕਟ ਦਾ, ਜੀ ਜੀ, ਕੇਂਦਰ ਸਰਕਾਰ ਨੇ ਇਹ ਦੱਸੇ ਨਹੀਂ ਵੀ ਇਹ ਕਾਨੂੰਨ ਬਣਾਉਣ ਦੀ ਲੋੜ ਕਿਉਂ ਪੈ ਗਈ ਹੈ। ਜੀ ਜੀ, ਹੋਲਡਿੰਗ ਦੇ ਵਿਰੁੱਧ ਕਾਨੂੰਨ ਬਣਦੇ ਸੀਗੇ, ਇਹ ਹੋਲਡਿੰਗ ਕਰਨ ਲਈ ਕਾਨੂੰਨ ਕਿਉਂ ਬਣਾਇਆ ਗਿਆ? ਉਹਦੇ ਵਿੱਚ ਜੰਮੂ ਜੀ ਕਿਤੇ ਕੋਈ ਇਹ ਲਿਖਿਆ ਹੀ ਨਹੀਂ ਕਾਨੂੰਨ 'ਚ, ਕੋਈ ਲਾਈਨ ਹੀ ਨਹੀਂ, ਕੋਈ ਸੀਮਾ ਹੀ ਨਹੀਂ ਹੈ ਕਿ ਭਾਵੇਂ ਕੋਈ ਕਿੱਡੇ ਵੱਡੇ ਉੱਚੇ ਭੰਡਾਰ ਕਰ ਲਵੇ ਉਹਦੇ 'ਚ ਕੋਈ ਦਖਲ ਨਹੀਂ ਦੇਗੀ ਸਰਕਾਰ। ਇਸ ਕਰਕੇ ਸੁਪਰੀਮ ਕੋਰਟ ਦੀ ਡਿਊਟੀ ਬਣਦੀ ਹੈ ਕਿ ਸੁਪਰੀਮ ਕੋਰਟ ਜਿਹੜੇ ਸੂਬਿਆਂ ਦੇ ਅਧਿਕਾਰਾਂ ਉੱਪਰ ਕੇਂਦਰ ਸਰਕਾਰ ਨੇ ਛਾਪਾ ਮਾਰਿਆ, ਜਿਹੜੇ ਉਹਨਾਂ ਦੇ ਅਧਿਕਾਰ ਖੋਏ ਆ ਉਹਨਾਂ ਦੀ ਰਾਖੀ ਕਰੇ ਜੀ। ਤੇ ਇਸ ਕਰਕੇ ਸੁਪਰੀਮ ਕੋਰਟ ਨੂੰ ਸੂ ਮੋਟੋ ਨੋਟਿਸ ਲੈਣ ਦੀ ਵੀ ਲੋੜ ਸੀਗੀ ਜੀ, ਜਿਹੜਾ ਕਿ ਨਹੀਂ ਲਿਆ ਗਿਆ। ਇੱਕ ਵਾਰੀ ਤਾਂ ਸੁਪਰੀਮ ਕੋਰਟ ਨੇ ਪਟੀਸ਼ਨ ਹੀ ਰੱਦ ਕਰਤੀ, ਫਿਰ ਦੁਬਾਰਾ ਐਂਟਰਟੇਨ ਕੀਤੀ। ਉਹਦੇ ਉੱਪਰ ਜਿਹੜੀ ਸੁਣਵਾਈ ਕਰਨੀ ਸੀ ਅਜੇ ਤੱਕ ਉਹ ਸੁਣਵਾਈ ਜਿਹੜੀ ਆ ਅੱਜ ਸ਼ੁਰੂ ਹੋਈ ਹੈ। ਉਹਦੇ ਵਿੱਚ ਕਈ ਗੱਲਾਂ ਆਈਆਂ ਵੀ ਇਹ ਨੈਸ਼ਨਲ ਅੰਦੋਲਨ ਬਣ ਜਾ ਰਿਹਾ। ਨੈਸ਼ਨਲ ਅੰਦੋਲਨ ਬਣ ਨਹੀਂ ਜਾ ਰਿਹਾ, ਬਣ ਚੁੱਕਾ ਹੈ ਅੰਦੋਲਨ ਜਿਹੜਾ ਏਡਾ। ਉਹਨਾਂ ਨਾਲ ਕਿਹਾ ਕਿ ਕੌਮੀ ਇਸ਼ੂ ਵੀ ਨਾਲ ਉਹਨਾਂ ਕਿਹਾ ਕਿ ਹਾਂ ਮਾਮਲਾ ਦਿੱਲੀ ਦੇ ਆਲੇ ਦੁਆਲੇ ਜਿੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਉਹ ਅਜੇ ਤੱਕ ਕਦੇ ਇੰਨੀ ਗਿਣਤੀ 'ਚ ਇਕੱਠੇ ਨਹੀਂ ਹੋਏ ਜੀ। ਦਿੱਲੀ ਜੇ ਅਸੀਂ ਪੁਰਾਣੀ ਹਿਸਟਰੀ ਵੀ ਦੇਖੀਏ, ਜਦੋਂ ਫੌਜਾਂ ਵੀ ਹਮਲਾ ਕਰਦੀਆਂ ਸੀ ਦਿੱਲੀ ਦੇ ਉੱਪਰ, ਉਹਨਾਂ ਦੀ ਗਿਣਤੀ ਵੀ ਇੰਨੀ ਕਦੇ ਨਹੀਂ ਸੀ ਹੋਈ। ਮਤਲਬ ਹਾਂਜੀ, ਮਤਲਬ ਅਸੀਂ ਪੰਜਾਬ ਵੱਲੋਂ ਜਦੋਂ ਹਮਲਾ ਹੋਇਆ ਬਘੇਲ ਸਿੰਘ ਦਾ, ਉਹਦੀ ਫੌਜ 30,000 ਸੀ, ਇਸ ਕਰਕੇ 30,000 ਹੀ ਅਦਾਲਤ ਵੀ ਬਣੀ ਆ। ਇਹ ਪੁਰਾਣੀ ਹਿਸਟਰੀ ਹੈ। ਮਤਲਬ 50,000 60,000 ਇਹ ਤੋਂ ਵੱਧ ਕਦੇ ਫੌਜ ਹੋਈ ਨਹੀਂ ਗੀ। ਮਤਲਬ ਇੰਨਾ ਕੁ ਫੌਜਾਂ ਦਾ ਜਿਹੜਾ ਉਹ ਹਮਲਾ ਹੁੰਦਾ ਸੀ। ਪਰ ਜੇ ਹੁਣ ਅਸੀਂ ਇਹ ਦੇਖੀਏ ਜਿਹੜਾ ਨੰਬਰ ਇੱਕ ਪਾਸੇ ਸਿੰਘੂ ਬਾਰਡਰ ਹੈ,
ਦੂਜੇ ਪਾਸੇ ਟਿਕਰੀ ਹੈ, ਤੀਜੇ ਪਾਸੇ ਜਿਹੜਾ ਚਿੱਲਾ, ਨੋਇਡਾ ਚਿੱਲਾ। ਤੇ ਦਿੱਲੀ ਨੂੰ ਜੋੜਦਾ ਚਿੱਲਾ ਬਾਰਡਰ ਹੈ, ਚੌਥੇ ਪਾਸੇ ਜਿਹੜਾ ਗਾਜੀਪੁਰ ਵੀ ਉਧਰ ਆ ਜਾਂਦਾ, ਜਿਹੜਾ ਜੈਪੁਰ ਹੈ, ਜੈਪੁਰ ਦਿੱਲੀ ਜੈਪੁਰ ਮਾਰਗ। ਹਾਂ ਇਹ ਜਿਹੜੇ 5 ਸਾਈਡਾਂ ਤੇ ਜਿੱਥੇ ਕਿਸਾਨ ਇਕੱਠੇ ਹੋਏ ਆ, ਜਿੱਥੇ ਉਹਨਾਂ ਨੇ ਆਲਮੋਸਟ ਸਾਰੇ ਪਾਸਿਓਂ ਆਵਾਜਾਈ ਇੱਕ ਥਾਂ ਨੂੰ ਛੱਡ ਕੇ ਰੋਕ ਦਿੱਤੀ ਹੈ ਜੀ। ਇਹ ਇੱਥੇ ਕਿਸਾਨਾਂ ਦੀ ਬਹੁਤ ਗਿਣਤੀ ਹੈ, ਵੱਡੀ ਗਿਣਤੀ ਹੈ ਜੀ ਜੀ। ਮਤਲਬ ਲੱਖਾਂ ਕਿਸਾਨ ਜਿਹੜੇ ਦਿੱਲੀ ਦੇ ਆਲੇ ਦੁਆਲੇ, ਰਾਜਸਥਾਨ ਤੋਂ ਵੀ ਵੱਡੀ ਗਿਣਤੀ 'ਚ ਹਾਂਜੀ। ਪਹੁੰਚ ਗਿਆ ਕਿਸਾਨ। ਉਹ ਤਾਂ ਰਾਜਸਥਾਨ ਵਾਲੇ ਤਾਂ ਜਿਹੜੇ ਅਵਾਰਾ ਪਸ਼ੂ ਉਹ ਵੀ ਲੈ ਕੇ ਆਏ ਆ। ਇਸ ਕਰਕੇ ਇਹ ਵੀ ਇੱਕ ਸਮੱਸਿਆ ਹੈਗੀ ਆ। ਜੀ ਜੀ। ਮਤਲਬ ਉਹ ਕਿਸ ਕਿਸਮ ਦਾ ਚੱਲੇਗਾ ਮਾਮਲਾ, ਤੇ ਇਸ ਗੱਲ ਨੂੰ ਦੇਖਣ ਦੀ ਲੋੜ ਹੈਗੀ ਹੈ। ਹਾਂਜੀ ਹਾਂਜੀ। ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਹ ਤਿੰਨੇ ਕਾਨੂੰਨਾਂ ਦਾ ਮਾਮਲਾ, ਜਿਨ੍ਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਾਫੀ ਲੰਮੀ ਦੇਰ ਅੱਜ ਸੁਣਵਾਈ ਕੀਤੀ ਆ, ਜੀ। ਉਹਦੇ ਵਿੱਚ ਪੰਜਾਬ, ਹਰਿਆਣਾ, ਯੂਪੀ ਤਿੰਨਾਂ ਨੂੰ ਨੋਟਿਸ ਦਿੱਤੇ ਆ। ਉਹਦੇ ਵਿੱਚ ਜਿਹੜਾ ਦਿੱਲੀ ਸਰਕਾਰ ਨੇ ਵੀ ਵਿਰੋਧ ਕੀਤਾ। ਉਹਨੇ ਕਿਹਾ ਵੀ ਕਿਸਾਨਾਂ ਨੂੰ ਉਠਾਉਣ ਦੀ ਲੋੜ ਨਹੀਂ, ਮਾਮਲੇ ਨੂੰ ਹੱਲ ਕਰਨ ਦੀ ਲੋੜ ਹੈਗੀ ਆ, ਇਸ ਪਾਸੇ ਵੱਲ ਸੋਚਣ ਦੀ ਲੋੜ ਹੈਗੀ ਆ। ਹੁਣ ਕੀ ਹੋਏਗਾ? ਹਾਂਜੀ। ਤਿੰਨਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ, ਪੰਜਾਬ ਨੂੰ ਵੀ ਕਿਹਾ ਗਿਆ, ਹਰਿਆਣੇ ਨੂੰ ਵੀ, ਯੂਪੀ ਨੂੰ ਵੀ, ਦਿੱਲੀ ਵੀ ਇਹਦੇ ਵਿੱਚ ਆਪਣੀ ਗੱਲ ਕਹੇਗਾ। ਜੀ ਜੀ। ਇਹਦੇ ਵਿੱਚ ਹੋਏਗਾ ਕੀ, ਕਿੱਧਰ ਨੂੰ ਜਾਏਗਾ ਮਾਮਲਾ, ਇਹਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਰਾਏ ਹੈਗੀ। ਜੀ ਜੀ। ਪੰਜਾਬ ਦੇ ਕਿਸਾਨ ਜਾਂ ਸੰਯੁਕਤ ਕਿਸਾਨ ਮੋਰਚਾ ਕੀ ਜਵਾਬ ਦੇਗਾ? ਜੀ। ਕੇਂਦਰ ਸਰਕਾਰ ਨੇ ਕੀ ਐਟੀਟਿਊਡ ਬਣਾਇਆ? ਕੇਂਦਰ ਸਰਕਾਰ ਦਾ ਜਿਹੜਾ ਐਟੀਟਿਊਡ ਹੈ, ਜਦੋਂ ਪ੍ਰਧਾਨ ਮੰਤਰੀ ਬੋਲਦੇ ਵੀ ਕਾਨੂੰਨ ਰੱਦ ਨਹੀਂ ਹੋਣਗੇ, ਕਾਨੂੰਨ ਕਿਸਾਨों की ਸਾਰੇ ਹੀ ਮੰਤਰੀ, ਕੈਬਨਿਟ ਮੰਤਰੀ ਸਾਰੇ ਹੀ ਕਹਿ ਰਹੇ, ਅੱਜ ਵੀ ਤੋਮਰ ਨੇ ਕਿਹਾ। ਮਤਲਬ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਵੀ ਉਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਹਾਂ, ਇਹ ਸੁਪਰੀਮ ਕੋਰਟ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈਗਾ ਕਿ ਵੀ ਦੋਨੋਂ ਧਿਰਾਂ, ਹੁਣ ਕਿਸਾਨ ਤਾਂ ਕਹਿ ਰਹੇ ਹਾਂ ਜਾਂ ਨਾ, ਤੇ ਸਰਕਾਰ ਵੀ ਇਸ ਤਰ੍ਹਾਂ ਕਹਿ ਰਹੀ ਹੈ, ਤੇ ਇਹ ਮਾਮਲਾ ਨਿਪਟੂ ਕਿੱਦਾਂ? ਹਾਂਜੀ, ਜਦੋਂ ਕੇਂਦਰ ਸਰਕਾਰ ਨੇ 6 ਗੇੜ ਦੀ ਗੱਲਬਾਤ ਦੇ ਵਿੱਚ ਇਹ ਮੰਨਿਆ ਕਿ ਖੇਤੀ ਕਾਨੂੰਨ ਬਣਾਉਣ ਦੇ ਸਮੇਂ ਸਾਡੀ ਗਲਤੀ ਹੋਈ ਹੈ, ਬਿਲਕੁਲ ਠੀਕ ਹੈ। ਤਾਂ ਜਦੋਂ ਗਲਤੀ ਮੰਨ ਲਈ ਤਾਂ ਉਹਨੂੰ ਗੱਲ ਅੱਗੇ ਕਾਨੂੰਨ ਗਲਤ ਹੈ ਨਾ, ਜੋ ਕਿਸਾਨ ਕਹਿੰਦੇ ਫਿਰ ਤਾਂ ਉਹ ਠੀਕ ਹੋਇਆ ਨਾ ਜੰਮੂ, ਤੇ ਫਿਰ ਅੱਗੇ ਗੱਲ ਤੋਰਨ ਦੀ ਲੋੜ ਹੈਗੀ। ਵੈਸੇ ਜੰਮੂ ਇੱਕ ਹੋਰ ਵੀ ਇਦਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਕੈਬਨਿਟ ਮੀਟਿੰਗ ਹੋਣੀ ਹੈ, ਉਹਦੇ ਵਿੱਚ ਬਕਾਇਦਾ ਇਹ ਵੀ ਆ ਰਹੀ ਹੈ ਗੱਲ ਬਾਹਰ ਜਿਹੜੀ ਸੂਤਰਾਂ ਰਾਹੀਂ, ਕਿ ਕੇਂਦਰ ਸਰਕਾਰ ਇਹ ਵੀ ਸੋਚ ਰਹੀ ਹੈ ਕਿ ਜਿਹੜੇ 3 ਰਾਜਾਂ 'ਚ ਅੱਗੇ ਪੰਜਾਬ, ਹਰਿਆਣਾ ਔਰ ਉੱਤਰ ਪ੍ਰਦੇਸ਼ ਨੂੰ ਇਹਨਾਂ 3 ਬਿੱਲਾਂ ਤੋਂ ਛੋਟ ਦਿੱਤੀ ਜਾਵੇ, ਬਾਕੀ ਥਾਵਾਂ ਤੇ ਲਾਗੂ ਕਰਤੇ ਜਾਣ। ਇਹ ਸੰਭਵ ਹੈਗਾ ਵੈਸੇ, ਜਾਂ ਕਿਸਾਨ ਜਥੇਬੰਦੀਆਂ ਮੰਨ ਜਾਣਗੀਆਂ ਇਹ ਗੱਲ? ਦੇਖੋ, ਜਦੋਂ ਹੁਣ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ, ਉਦੋਂ ਇਹੋ ਜਿਹੀ ਗੱਲ ਨਹੀਂ ਹੋਣ ਲੱਗੀ ਜੀ। ਦੂਜੇ ਸੂਬਿਆਂ ਜਿਹੜੇ ਜਿੱਥੋਂ ਤੱਕ ਹੈਗਾ ਮਾਮਲਾ, ਜਿਹੜਾ ਦੂਜਾ ਕਾਨੂੰਨ ਹੈ ਕੰਟਰੈਕਟ ਫਾਰਮਿੰਗ ਦਾ, ਉਹ ਤਾਂ ਪੂਰੇ ਦੇਸ਼ ਲਈ ਲਾਗੂ ਹੈ। ਹਾਂਜੀ ਹਾਂਜੀ। ਉਹ ਤਾਂ ਦੂਜੇ ਸੂਬੇ ਕਿਵੇਂ ਮੰਨਣਗੇ? ਜਿਹੜੀ ਜ਼ਮੀਨਾਂ ਦੇ ਮਾਮਲੇ 'ਚ ਹੈ, ਉਹ ਇੱਕੋ ਤਰ੍ਹਾਂ ਦਾ ਕਾਨੂੰਨ ਹੀ ਲਾਗੂ ਹੋਏਗਾ। ਅਸੈਂਸ਼ੀਅਲ ਕਮੋਡਿਟੀ ਵੀ ਤਾਂ ਸਾਰਿਆਂ ਤੇ ਹੀ ਲਾਗੂ, ਉਹ ਸਾਰੇ ਦੇਸ਼ 'ਚ ਹੈ, ਉਹ ਆਮ ਖਲਕਤ ਲਈ ਹੈ। ਜੀ ਜੀ। ਮਤਲਬ ਇਹਦੇ ਉੱਪਰ 3 ਸੂਬਿਆਂ ਦਾ ਕਹਿਣਾ, ਜਾਂ ਤਾਂ ਇਹ 3 ਕਾਨੂੰਨ ਜਿਹੜੇ ਆ ਇਹ ਸਸਪੈਂਡ ਕਰਨ, ਇਹਨਾਂ ਨੂੰ ਉਹਦੇ ਉੱਪਰ ਗੱਲਬਾਤ ਹੋਵੇ ਵੀ ਕੀ ਹੋਣਾ। ਦੂਜਾ, ਕੇਂਦਰ ਸਰਕਾਰ ਨੇ ਇਹ ਕਰਤਾ ਵੀ ਸਰਦ-ਰੁੱਤ ਦਾ ਪਾਰਲੀਮੈਂਟ ਸੈਸ਼ਨ ਹੀ ਨਹੀਂ ਸੱਦਣਾ। ਬਿਲਕੁਲ। ਮਤਲਬ ਤੁਸੀਂ ਇੱਕ ਪਾਸੇ ਚੋਣਾਂ ਲੜ ਰਹੇ ਹੋ, ਰੋਜ਼ ਰੈਲੀਆਂ ਕਰ ਰਹੇ ਹੋ, ਉੱਥੇ ਕਰੋਨਾ ਨਹੀਂ ਹੈਗਾ, ਜੀ ਜੀ। ਪਾਰਲੀਮੈਂਟ ਦੇ ਸਾਹਮਣੇ ਕਰੋਨਾ ਹੈ। ਮਤਲਬ ਇਹ ਵੀ ਤਾਂ ਜੰਮੂ ਜੀ ਇੱਕ ਸੰਵਿਧਾਨ ਦੀ ਉਲੰਘਣਾ ਹੀ ਹੈ ਨਾ। ਬਿਲਕੁਲ। ਮਤਲਬ ਤੁਸੀਂ ਕਾਨੂੰਨ, ਤੁਸੀਂ ਪਾਰਲੀਮੈਂਟ ਦਾ ਸੈਸ਼ਨ ਸੱਦ ਕੇ ਉਹਦੇ ਤੇ ਬਹਿਸ ਕਰਾਓ ਇਹਨਾਂ ਮਾਮਲਿਆਂ ਦੇ ਉੱਪਰ। ਇਹ ਜਿਹੜਾ ਸੰਵਿਧਾਨ ਨੇ ਲੋਕਾਂ ਨੂੰ ਖੁੱਲ੍ਹ ਦਿੱਤੀ ਪਰ ਜੰਮੂ ਜੀ ਉਹਦੇ 'ਚ ਸਰਕਾਰ ਜਿਸ ਤਰ੍ਹਾਂ ਕਹੀ ਜਾ ਰਹੀ ਹੈ ਕਿ ਅਸੀਂ ਪਾਰਟੀਆਂ ਨਾਲ ਸਲਾਹ ਕੀਤੀ, ਪਰ ਪਾਰਟੀਆਂ ਕਹਿ ਰਹੀਆਂ ਸਾਨੂੰ ਪੁੱਛਿਆ ਤੱਕ ਨਹੀਂ ਇਹਨਾਂ ਨੇ। ਪੁੱਛਿਆ ਇਹਨਾਂ ਨੇ ਕਿਹੜੀ ਸੂਬਾ ਸਰਕਾਰ ਨੂੰ? ਹਾਂ, ਨਹੀਂ ਸੂਬਾ ਸਰਕਾਰ ਨੇ ਜੰਮੂ ਜੀ ਵਿਰੋਧੀ ਧਿਰਾਂ ਨੂੰ ਜਿਸ ਤਰ੍ਹਾਂ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਸਹਿਮਤੀ ਤੋਂ ਬਾਅਦ ਅਸੀਂ ਸਰਦ-ਰੁੱਤ ਸੈਸ਼ਨ ਜਿਹੜਾ ਹੈਗਾ ਉਹ ਰੱਦ ਕੀਤਾ, ਪਰ ਕਾਂਗਰਸ ਵੀ ਕਹਿ ਰਹੀ, ਦੂਜੀਆਂ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਕਿ ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਦੇਖੋ, ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਕੌਣ ਨੇ? ਗੁਲਾਮ ਨਬੀ ਆਜ਼ਾਦ ਹੀ ਹੈ। ਉਹਨਾਂ ਨੇ ਕਿਹਾ ਮੈਨੂੰ ਤਾਂ ਪੁੱਛਿਆ ਨਹੀਂ ਕਿਸੇ ਨੇ, ਮੇਰੇ ਨਾਲ ਕਿਸੇ ਨੇ ਕੰਸਲਟ ਨਹੀਂ ਕੀਤਾ। ਅਧੀਰ ਰੰਜਨ ਚੌਧਰੀ ਹੈ ਲੋਕ ਸਭਾ, ਉਹਨਾਂ ਵੀ ਕਿਹਾ ਕਿਸੇ ਨੇ ਨਹੀਂ ਪੁੱਛਿਆ। ਨਹੀਂ ਤੇ ਫਿਰ ਇਹਨਾਂ ਸਰਕਾਰ ਝੂਠ ਬੋਲ ਰਹੀ ਹੈ। ਸਰਕਾਰ ਜੇ ਖੇਤੀ ਕਾਨੂੰਨਾਂ ਦੇ ਉੱਪਰ ਝੂਠ ਬੋਲੀ ਜਾਂਦੀ ਹੈ ਤੇ ਇਹਦੇ ਤੇ ਕੀ ਕਿਹਾ ਜਾ ਸਕਦਾ? ਸਰਕਾਰ ਦਾ ਜਿਹੜਾ ਐਟੀਟਿਊਡ ਹੈ, ਮਤਲਬ ਸ਼ਰੇਆਮ ਇਸ ਗੱਲ ਤੇ ਝੂਠ ਬੋਲਿਆ ਜਾ ਰਿਹਾ ਵੀ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ। ਕਿਸਾਨ ਕਹਿੰਦੇ ਵੀ ਸਾਨੂੰ ਫਾਇਦਾ ਨਹੀਂ, ਨੁਕਸਾਨ ਹੋਊਗਾ, ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਜਿਹੜੇ ਕਾਰਪੋਰੇਟ ਉਹਨਾਂ ਕੋਲ ਚੱਲ ਜਾਣਗੀਆਂ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ। ਮਤਲਬ ਜਿਹੜੀ ਤੁਸੀਂ ਮੰਡੀ ਬਣਾਉਣ ਦੀ ਗੱਲ ਕਰਦੇ, APMC ਐਕਟ ਦੀ ਗੱਲ ਕਰਦੇ ਹੋ, ਹਾਂਜੀ ਹਾਂਜੀ, ਮਤਲਬ ਉਹਦੇ ਸੋਧਾਂ ਕਿਉਂ ਮੰਨਦੇ ਹੋ? ਜੇ APMC ਐਕਟ ਨਹੀਂ ਰਹਿੰਦਾ
ਜਿਹੜਾ ਕਿ ਤੁਸੀਂ ਗੱਲਬਾਤ ਦੇ ਵਿੱਚ ਮੰਨ ਲਿਆ ਵੀ ਇਹਨੂੰ ਰੱਖਾਂਗੇ, ਰਜਿਸਟ੍ਰੇਸ਼ਨ ਹੋਏਗੀ, ਇਸ ਦਾ ਮਤਲਬ ਤੁਹਾਡੇ ਜਿਹੜੇ ਬਣਾਏ ਹੋਏ ਕਾਨੂੰਨ ਹੈ ਉਹਨਾਂ ਦੇ ਵਿੱਚ ਖੋਟਾਂ ਨੇ, ਉਹਨਾਂ ਦੇ ਵਿੱਚ ਘਾਟਾਂ ਨੇ, ਇਸ ਕਰਕੇ ਤੈਨੂੰ ਮੰਨਣਾ ਪੈ ਰਿਹਾ। ਜੀ ਜੀ, ਹੁਣ ਤਾਂ ਜੰਮੂ ਜੀ ਇੰਟਰਨੈਸ਼ਨਲ ਮੀਡੀਆ 'ਚ ਵੀ ਇਹ ਗੱਲ ਆਉਣ ਲੱਗ ਗਈ ਹੈ, ਖਾਸ ਕਰਕੇ ਦਾ ਇਕੋਨੋਮਿਸਟ ਜਿਹੜਾ ਮੈਗਜ਼ੀਨ ਆ ਉਹਨੇ ਵੀ ਇਸ ਗੱਲ ਦਾ ਨੋਟਿਸ ਲਿਆ ਜੋ ਕੁਛ ਇੱਥੇ ਵਾਪਰ ਰਿਹਾ ਹੈਗਾ। ਔਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਚਾਹੇ ਉਹ ਨੋਟਬੰਦੀ ਹੋਈ, ਚਾਹੇ GST ਲਾਗੂ ਹੋਇਆ, ਚਾਹੇ ਬਾਕੀ ਦੇ ਜਿਵੇਂ ਪਿਛਲੀ ਰੇਲਵੇ ਵਾਲਿਆਂ ਨੇ ਵੀ ਉਹਦਾ ਵਿਰੋਧ ਕੀਤਾ, ਜਿਸ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਹੈ, ਬੈਂਕਾਂ ਵਾਲਿਆਂ ਹੜਤਾਲ ਕੀਤੀ, ਜਿੱਦਾਂ ਟ੍ਰੇਡ ਯੂਨੀਅਨਾਂ ਨੇ ਹੜਤਾਲ ਕੀਤੀ, ਜਿੱਦਾਂ ਲੇਬਰ ਲਾ ਲਿਆਂਦੇ ਗਿਆ, ਉਹ ਸਾਰੇ ਹੀ ਕਹਿੰਦੇ ਆ ਕਿ ਇਸ ਪਾਸੇ ਵੱਲ ਨੂੰ ਗੱਲ ਜਾ ਰਹੀ ਹੈ ਕਿ ਜਿਵੇਂ ਉੱਥੇ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਜਮਹੂਰੀਅਤ ਦਾ ਮਾਮਲਾ ਜਿੱਥੋਂ ਤੱਕ ਹੈਗਾ, ਇਸ ਦੇਸ਼ ਦੇ ਵਿੱਚ ਜਮਹੂਰੀਅਤ ਢੰਗ ਨਾਲ ਕਿੱਥੇ ਸੁਣਵਾਈ ਹੋ ਰਹੀ ਹੈ। ਜੀ ਜੀ, ਮਤਲਬ ਤੁਸੀਂ ਜਿਹੜਾ ਇੱਕ ਤੁਹਾਨੂੰ ਲੋਕ ਸਭਾ ਦੇ ਵਿੱਚ ਬਹੁਮਤ ਮਿਲ ਬਹੁਮਤ 303 ਰਾਜ ਸਭਾ ਦੇ ਵਿੱਚ ਤੁਹਾਡੇ ਕੋਲ ਬਹੁਮਤ ਨਹੀਂ ਸੀ। ਜਿਸ ਢੰਗ ਨਾਲ ਤੁਸੀਂ ਉੱਥੇ ਇਹ ਤਿੰਨੇ ਖੇਤੀ ਕਾਨੂੰਨ ਪਾਸ ਕਰਵਾਏ ਆ, ਮਤਲਬ ਪਾਸ ਹੈ, ਰੌਲਾ ਪੈ ਗਿਆ, ਵੋਟਿੰਗ ਕਰਾਈ ਨਹੀਂ ਗਈ। ਉਹ ਤੁਹਾਡੇ ਜਿਹੜੇ ਸ਼ਰੇਆਮ ਮਤਲਬ ਜਿਵੇਂ ਤੁਸੀਂ ਦੇਸ਼ ਨੂੰ ਚਲਾ ਰਹੇ ਹੋ, ਉਸ ਗੱਲ ਤਾਂ ਸਾਬਤ ਹੋ ਰਹੀ ਹੈ ਵੀ ਕਿਵੇਂ ਚਲਾਇਆ ਜਾ ਰਿਹਾ ਦੇਸ਼ ਨੂੰ, ਮਤਲਬ ਕਿਵੇਂ ਜਮਹੂਰੀਅਤ ਦਾ ਜਿਹੜਾ ਗਲਾ ਘੁੱਟਿਆ ਜਾ ਰਿਹਾ। ਜੀ ਜੀ, ਮਤਲਬ ਕਿਸਾਨਾਂ ਨੂੰ ਤੁਸੀਂ ਕਿਸੇ ਮਾਮਲੇ ਤੇ ਕੰਸਲਟ ਨਹੀਂ ਕੀਤਾ, ਉਹਨਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਸੂਬਾ ਸਰਕਾਰਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਤੁਸੀਂ ਕਹਿਤਾ ਵੀ ਅਸੀਂ ਇੰਨੇ ਲੱਖ ਕਿਸਾਨ ਨਾਲ ਕੀਤਾ ਵਿਚਾਰ ਵਟਾਂਦਰਾ, ਉਹ ਕਿੱਥੇ ਕੀਤਾ? ਨਹੀਂ, ਉਹ ਕਿਸੇ ਦਾ ਨਾਂ ਤਾਂ ਉਹਨਾਂ ਲਿਆ ਨਹੀਂ, ਲੱਖ ਹੀ ਕਹੀ ਗਏ। ਸੋ ਇਸ ਕਰਕੇ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਇਹ ਕਿਸਾਨ ਵਿਰੋਧੀ ਨੇ, ਲੋਕ ਵਿਰੋਧੀ ਨੇ, ਮਤਲਬ ਖਲਕਤ ਦੇ ਵਿਰੋਧੀ ਨੇ। ਇਹਨਾਂ ਨੂੰ ਜੋ ਮਰਜ਼ੀ ਕਹੀ ਜਾਣ, ਇਹ ਸਿਰਫ ਅਡਾਨੀ ਅਬਾਨੀ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਨੇ। ਇਹ ਸਾਰਾ ਕੁਝ ਉਹਨਾਂ ਨੂੰ ਦੇਣ ਲਈ ਹੈ। ਮਤਲਬ BJP ਲੀਡਰਸ਼ਿਪ ਜੋ ਮਰਜ਼ੀ ਕਹੀ ਜਾਵੇ, ਇਹ ਕਿਸਾਨ ਇਹ ਜਿਹੜੇ ਕਾਨੂੰਨ ਨੇ ਵੈਸੇ ਵੀ ਜੰਮੂ ਜੀ ਇਹ ਗੱਲ ਲੋਕਾਂ 'ਚ ਮੰਨੀ ਗਈ ਹੈ, ਲੋਕ ਇਸ ਗੱਲ ਤੋਂ ਕਨਵਿੰਸ ਹੋ ਗਿਆ, ਲੋਕਾਂ 'ਚ ਇਸ ਗੱਲ ਦੀ ਚੇਤਨਾ ਆ ਗਈ ਹੈ ਕਿ ਇਹ ਜੋ ਕੁਝ ਵੀ ਹੋਇਆ ਉਹ ਸਾਡੇ ਵਿਰੁੱਧ ਹੈਗਾ। ਉਹਦੇ 'ਚ ਤੁਸੀਂ ਦੇਖੋ ਨਾ ਕਿ ਮੇਰਾ ਕਿਸਾਨ ਨਹੀਂ, ਖੇਤ ਮਜ਼ਦੂਰ ਵੀ ਸ਼ਾਮਲ ਹੈ, ਟ੍ਰੇਡ ਯੂਨੀਅਨਾਂ ਵੀ ਸ਼ਾਮਲ ਹੈ, ਉਹਦੇ 'ਚ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹੈ, ਲੇਖਕ ਸ਼ਾਮਲ ਹੈ, ਸਾਹਿਤਕਾਰ ਸ਼ਾਮਲ ਹੈ, ਵਕੀਲ ਸ਼ਾਮਲ ਹੈ, ਪੱਤਰਕਾਰ ਸ਼ਾਮਲ ਹੈ। ਕੋਈ ਸਮਾਜ ਦਾ ਐਸਾ ਹਿੱਸਾ ਰਿਹਾ ਨਹੀਂ ਜਿਹੜਾ ਉਸ ਅੰਦੋਲਨ ਦਾ ਹਿੱਸਾ ਨਹੀਂ ਬਣਿਆ। ਸੋ ਸਾਰਿਆਂ ਨੂੰ ਲੱਗਦਾ ਵੀ ਇਹ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ, ਜੋ ਮੋਦੀ ਸਰਕਾਰ ਕਰ ਰਹੀ ਹੈ, ਇਹ ਬੁਨਿਆਦੀ ਤੌਰ ਤੇ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਨ ਦੇ ਤੁੱਲ ਹੈ। ਜੀ ਜੀ ਜੀ, ਇਹਦਾ ਕੀ ਮਾਡਲ ਬਣੇਗਾ? ਮਤਲਬ ਬਾਕੀ ਤੁਸੀਂ ਜਿਹੜਾ ਦੇਸ਼ ਦਾ ਬਾਕੀ ਹਿੱਸੇ ਆ, ਉਹ ਸਾਰਾ ਕੁਝ ਅਡਾਨੀਆਂ ਅਬਾਨੀਆਂ ਨੂੰ ਡਿਸਇਨਵੈਸਟ ਕਰਕੇ ਆਪ ਨਿਵੇਸ਼ ਕਰਕੇ ਉਹ ਸਾਰਾ ਕੁਝ ਉਹਨਾਂ ਨੂੰ ਜਿਹੜਾ ਕਾਰਪੋਰੇਟ ਨੂੰ ਦੇਈ ਜਾ ਰਹੇ ਹੋ ਲਗਾਤਾਰ। ਇੱਕ ਜ਼ਮੀਨ ਬਚੀ ਕਿਸਾਨ ਦੀ, ਉਹਦਾ ਰਾਹ ਵੀ ਤੁਸੀਂ ਖੋਲ੍ਹਤਾ। ਉਹ ਜਿਵੇਂ ਮਤਲਬ ਕੰਟਰੈਕਟ ਫਾਰਮਿੰਗ ਦੇ ਵਿੱਚ ਹੋਏਗਾ, ਜੀ ਜੀ, ਮਤਲਬ SDM ਨੇ ਫੈਸਲੇ ਕਰਨੇ ਹੋਣਗੇ, ਵੱਧੋ ਵੱਧ DC ਤੱਕ ਜਾਓਗੇ, ਜਾਂ ਹੁਣ ਜਾ ਕੇ ਕਿਸਾਨਾਂ ਦੇ ਪ੍ਰੈਸ਼ਰ ਥੱਲੇ ਤੁਸੀਂ ਕਿਹਾ ਵੀ ਕੋਰਟ ਚੱਲ ਜਾਓਗੇ। ਜੀ ਜੀ, ਜਿਵੇਂ ਉਹਦੇ ਵਿੱਚ ਕੋਰਟ ਵਿੱਚ ਹੀ ਕਿਹੜਾ ਐਡੇ ਜਲਦੀ ਨਿਬੇੜੇ ਹੋ ਜਾਂਦੇ ਕਿਸੇ ਗੱਲ ਦੇ। ਆਪਾਂ ਦੇਖਿਆ ਹੀ ਹੈ ਸਾਡਾ ਜਿਹੜਾ ਨਿਆਂ ਪ੍ਰਣਾਲੀ ਆ ਉਹਦੇ 'ਚ। ਤੋ ਇਸ ਕਰਕੇ ਅਲਟੀਮੇਟਲੀ ਜਿਹੜੇ ਛੋਟੇ ਛੋਟੇ ਕਿਸਾਨ ਆ, 5-5 ਏਕੜ ਵਾਲੇ, 7-7 ਏਕੜ ਵਾਲੇ, 10-10 ਏਕੜ ਵਾਲੇ, ਵੱਡਾ ਕਿਸਾਨ ਵੀ ਨਹੀਂ ਉਹਨਾਂ ਦੇ ਖਿਲਾਫ ਤਾਂ ਲੜ ਸਕੇਗਾ। ਜੀ ਜੀ ਜੀ, ਇਸ ਕਰਕੇ ਇਹ ਟੋਟਲ ਜਿਹੜਾ ਇਹ ਮੋਦੀ ਸਰਕਾਰ ਦਾ ਜਿਹੜਾ ਕਿਸਾਨ ਵਿਰੋਧੀ ਜਿਹੜਾ ਚਿਹਰਾ ਹੈ, ਦੇਸ਼ ਵਿਰੋਧੀ ਜਿਹੜਾ ਮਤਲਬ ਉਹ ਸਾਰਾ ਕੁਝ ਬੇਨਕਾਬ ਹੋਇਆ, ਮਤਲਬ ਆਮ ਜਨਤਾ ਦੇ ਵਿਰੁੱਧ ਹੈ। ਜਦੋਂ ਤੁਸੀਂ ਹੋਰਡਿੰਗ ਵਾਲਾ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਅਸੀਂ ਗੱਲ ਕਰਦੇ ਹਾਂ, ਜੀ ਜੀ, ਤਾਂ ਉਹਦੇ ਵਿੱਚ ਜਿਹੜੀ ਹੈ ਤੁਸੀਂ ਅਨਲਿਮਟਿਡ ਉਹਨਾਂ ਨੂੰ ਖੁੱਲ੍ਹ ਦਿੱਤੀ ਵੀ ਜਿੰਨਾ ਮਰਜ਼ੀ ਅਨਾਜ ਫਿਰ ਮਹਿੰਗੇ ਭਾਅ ਦੇ ਵੇਚੋ। ਜੀ ਜੀ ਜੀ, ਇਹ ਤਾਂ ਅਲਟੀਮੇਟਲੀ ਇਸ ਕਿਸਮ ਦਾ ਬਣ ਜਾਏਗਾ ਕਿ ਸੂਬਾਈ ਸਰਕਾਰਾਂ ਨੂੰ ਉਲਟਾਉਣ ਤੱਕ ਦਾ ਕੰਮ ਹੋ ਜਾਏਗਾ, ਇਜਾਰੇਦਾਰੀ ਹੋ ਜਾਏਗੀ ਨਾ ਇੱਕ ਦੋ ਕੰਪਨੀਆਂ ਦੀ। ਇਸੇ ਕਰਕੇ ਤਾਂ ਜੰਮੂ ਜੀ ਕਈ ਵਾਰੀ ਇਹ ਵੀ ਚਰਚਾ ਦੇ ਵਿੱਚ ਹੁਣ ਗੱਲ ਆਉਣ ਲੱਗ ਗਿਆ ਕਿ ਇਹ ਅਸਲ 'ਚ ਕੰਪਨੀ ਰਾਜ ਹੀ ਬਣ ਗਿਆ ਹੈ, ਜਿਹੜਾ BJP ਈਸਟ ਇੰਡੀਆ ਕੰਪਨੀ, ਇਹ ਸਾਡੇ ਦੇਸ਼ ਦੀਆਂ ਕੰਪਨੀਆਂ ਹੋ ਜਾਣਗੀਆਂ। ਬਿਲਕੁਲ। ਸੋ ਇਹ ਜਿਹੜੇ ਆ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੀ ਇੱਕ ਵਾਜਬ ਗੱਲ ਹੈ। ਕਿਸਾਨ ਇਸ ਮਾਮਲੇ ਤੇ 100% ਦੀ ਸਹੀ ਨੇ। ਉਹ ਕਹਿੰਦੇ ਵੀ ਜੇ ਤੁਸੀਂ ਰੱਦ ਨਹੀਂ ਕਰਨੇ ਤਾਂ ਗੱਲਬਾਤ ਕਰਦੇ ਤੇ ਕਰਨੀ। ਬਿਲਕੁਲ ਬਿਲਕੁਲ ਠੀਕ ਹੈ। ਤੁਸੀਂ ਇਸ ਗੱਲ ਤੇ ਆਣ ਕੇ ਅੜ ਗਏ ਵੀ ਅਸੀਂ ਖੇਤੀ ਕਾਨੂੰਨ ਤਾਂ ਬਦਲਨੇ ਨਹੀਂ, ਖੇਤੀ ਕਾਨੂੰਨ ਕਾਇਮ ਰੱਖਣੇ। ਉਹ ਕਹਿੰਦੇ ਵੀ ਖੇਤੀ ਕਾਨੂੰਨ ਨਹੀਂ, ਫਿਰ ਉਹ ਕਹਿੰਦੇ ਗੱਲ ਕਾਹਦੇ ਲਈ ਕਰ ਰਹੇ ਜੀ, ਫਿਰ ਨਹੀਂ ਬਦਲਣੇ। ਮਤਲਬ ਉਹਦੇ 'ਚ ਜੰਮੂ ਜੀ ਇਹ ਵੀ ਤਾਂ ਹੈਗਾ ਨਾ ਨਾਲ ਇਸ ਦੇ ਜੁੜੀ ਹੋਈ ਗੱਲ ਕਿ ਹੁਣ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਤਰ੍ਹਾਂ ਦਿੱਲੀ ਦਾ ਘਿਰਾਓ ਕੀਤਾ ਗਿਆ, ਜਿਹੜਾ ਰਸਤਾ ਅੱਜ ਵੀ ਇੱਕ ਹੋਰ ਬੰਦ ਕਰਤਾ, ਔਰ ਜਿਸ ਤਰ੍ਹਾਂ ਜਥੇਬੰਦੀਆਂ ਨੇ ਬਕਾਇਦਾ ਜੀਓ ਦੇ ਬਾਈਕਾਟ ਦੀ ਕਾਲ ਦਿੱਤੀ ਹੈ, ਤੇ ਲੱਗਦਾ ਹੈ ਕਿ ਜੀਓ ਨੂੰ ਵੀ ਕਿਤੇ ਨਾ ਕਿਤੇ ਜੰਮੂ ਜੀ ਸੇਕ ਪਹੁੰਚਣਾ ਸ਼ੁਰੂ ਹੋਇਆ, ਤੇ ਉਹਨੇ ਵੀ ਬਕਾਇਦਾ ਜਿਹੜੀ ਹੈ ਟੈਲੀਕਾਮ ਜਿਹੜੀ ਅਥਾਰਟੀ ਹੈਗੀ ਹੈ, ਰੈਗੂਲੇਟਰੀ ਅਥਾਰਟੀ, ਉਹਦੇ ਕੋਲੋਂ ਸ਼ਿਕਾਇਤ ਕੀਤੀ ਹੈ
ਕਿ ਕਿਸਾਨ ਜਿਹੜੇ ਹੈ ਉਹ ਜੋ ਕੁਝ ਕਰ ਰਹੇ ਆ ਉਹਨਾਂ 'ਚ ਏਅਰਟੈਲ ਜਿਹੜੀ ਹੈ ਜਿਹੜਾ ਵੋਡਾਫੋਨ ਹੈ ਉਹ ਉਹਨਾਂ ਨੂੰ ਇਸ ਪਾਸੇ ਨੂੰ ਤੋਰ ਰਿਹਾ ਤੇ ਕਿਤੇ ਨਾ ਕਿਤੇ ਤਾਂ ਜੰਮੂ ਜੀ ਲੱਗਦਾ ਹੈ ਕਿ ਜਿਹੜਾ ਇਹ ਅੰਦੋਲਨ ਹੈ ਇਹਦਾ ਸੇਕ ਤਾਂ ਪਹੁੰਚਣਾ ਸ਼ੁਰੂ ਹੋ ਹੀ ਗਿਆ। ਦੇਖੋ ਸੇਕ ਲਾਜ਼ਮੀ ਪਹੁੰਚੇਗਾ, ਉਸ ਕਾਰੋਬਾਰ ਪਹੁੰਚੇਗਾ ਜੇ ਮਤਲਬ 에ਅਰਪੋਰਟਾਂ ਨੇ ਵੀ 1 ਕਰੋੜ ਦੇ ਕਰੀਬ ਲੋਕਾਂ ਨੇ ਆਪਣੇ ਜਿਹੜੇ ਆ ਕਨੈਕਸ਼ਨ ਜਿਹੜੇ ਆ ਟੈਲੀਫੋਨ ਕਨੈਕਸ਼ਨ ਆ ਉਹਨਾਂ ਦੀ ਪੋਰਟੇਬਿਲਿਟੀ ਕਰਾ ਲਈ ਵੀ ਸਾਨੂੰ ਇਹਨਾਂ ਦੇ ਨਹੀਂ ਚਾਹੀਦੇ, ਹੋਰਾਂ ਦੇ ਚਾਹੀਦੇ। ਜੀ ਜੀ ਜੀ। ਤੇ ਇਸ ਕਰਕੇ ਜਿਹੜੇ ਰਿਲਾਇੰਸ ਵਾਲੇ ਆ ਉਹ ਪਿੱਟ ਰਹੇ। ਜੀ ਜੀ। ਮੁਕੇਸ਼ ਅੰਬਾਨੀ ਦੀ ਕੰਪਨੀ ਹੈ। ਜੀ ਜੀ ਜੀ। ਉਹ ਇਸ ਕਰਕੇ ਰੌਲਾ ਪਾਉਣਾ ਸ਼ੁਰੂ ਕੀਤਾ, ਇਸ ਕਰਕੇ ਉਹ ਟਰਾਈ ਦਾ ਸਹਾਰਾ ਲੈਣ ਨੂੰ ਫਿਰਦੇ ਹੋ, ਇਸ ਕਰਕੇ ਗੱਲਾਂ ਕਰ ਰਹੇ ਵੀ ਸਾਡੇ ਖਿਲਾਫ ਗੁੰਮਰਾਹਕੁਨ ਪ੍ਰਚਾਰ ਹੋ ਰਿਹਾ। ਜੀ ਜੀ। ਪ੍ਰਚਾਰ ਸਹੀ ਹੋ ਰਿਹਾ, ਮਤਲਬ ਇਹ ਤੋਂ ਅਗਲਾ ਜਿਹੜਾ ਕੰਮ ਹੈ ਇਹਨਾਂ ਦੇ ਟਾਵਰਾਂ ਦੇ ਉੱਪਰ, ਇਹਨਾਂ ਦੇ ਸਾਈਲੋ ਦੇ ਬਾਹਰ ਕਿਸਾਨਾਂ ਦੇ ਧਰਨੇ ਨੇ, ਕਿਸਾਨ ਬਾਹਰ ਬੈਠੇ ਆ। ਮਤਲਬ ਕਿੰਨੀ ਸਰਦੀ ਅੱਜ, ਮਤਲਬ ਅੱਜ ਟੈਂਪਰੇਚਰ ਕਿੰਨਾ ਡਾਊਨ ਹੈ, ਮਤਲਬ ਲੋਕ ਘਰਾਂ ਦੇ ਅੰਦਰ ਨੇ ਜਾਂ ਹੁਣ ਧੁੱਪ ਨਿਕਲੀ ਆ, ਇਹ ਠੀਕ ਹੈ ਕੰਮ, ਪਰ ਅਦਰਵਾਈਜ਼ ਤਾਂ ਇੰਨੀ ਠੰਡ ਦੇ ਵਿੱਚ ਕੌਣ ਘਰ ਤੋਂ ਬਾਹਰ ਬੈਠਦਾ। ਮਤਲਬ ਇਹਦਾ ਸੁਪਰੀਮ ਕੋਰਟ ਨੂੰ ਵੀ ਦਿਸਦਾ ਸਾਰਾ ਸਭ ਕੁਝ, ਇਹ ਸਰਕਾਰ ਨੂੰ ਤਾਂ ਦਿਸ ਨਹੀਂ ਰਿਹਾ। ਇਸ ਸਰਕਾਰ ਨੂੰ ਤਾਂ ਕੇਂਦਰ ਸਰਕਾਰ ਨੂੰ ਅਡਾਨੀ ਅੰਬਾਨੀ ਤੋਂ ਬਿਨਾਂ ਕੁਝ ਨਹੀਂ ਦਿਸ ਰਿਹਾ। ਜੀ। ਪਰ ਦੂਸਰੇ ਪਾਸੇ ਜੰਮੂ ਨਾਲ ਜਿੱਥੇ ਤੱਕ ਇਹ ਸੇਕ ਪਹੁੰਚ ਰਿਹਾ, ਪਰ ਨਾਲ ਦੀ ਨਾਲ ਸਰਕਾਰ ਇੱਕ ਪਾਸੇ ਜਿੱਥੇ ਗੱਲਬਾਤ ਦਾ ਸੱਦਾ ਦੇ ਰਹੀ ਆ ਉੱਥੇ ਲਗਾਤਾਰ ਉਹਦੀ ਇਹ ਕੋਸ਼ਿਸ਼ ਸਾਹਮਣੇ ਆ ਰਹੀ ਹੈ ਕਿ ਉਹ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫੁੱਟ ਵੀ ਪਾਉਣਾ ਚਾਹੁੰਦੀ ਹੈ, ਉਹਨਾਂ ਨੂੰ ਵੰਡਣਾ ਵੀ ਚਾਹੁੰਦੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜੇ 3 ਸਟੇਟਾਂ ਤੇ ਲਾਗੂ ਕਰਦੇ ਆ, 3 ਸਟੇਟਾਂ ਨੂੰ ਛੋੜ ਦਿੰਦੇ ਆ, ਤਾਂ ਕਿਉਂਕਿ ਇਹ ਅੰਦੋਲਨ ਤਾਂ ਇਸ ਵੇਲੇ ਸਮੁੱਚੇ ਹਿੰਦੁਸਤਾਨ ਦਾ 500 ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਵੱਲੋਂ ਹੈ। ਔਰ ਬਕਾਇਦਾ ਜਿਹੜੀ ਬਾਕੀ ਵੀ ਜਿਸ ਤਰ੍ਹਾਂ ਖੇਤੀ ਮੰਤਰੀ ਵੱਲੋਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਇਹ ਯਤਨ ਹੋ ਰਿਹਾ ਕਿ ਵੱਖ-ਵੱਖ ਜਿਹੜੇ ਉਹਨਾਂ ਦੇ ਹਕੂਮਤ ਵਾਲੇ ਰਾਜ ਹੈਗੇ, ਉਹਨਾਂ ਦੀ ਪਾਰਟੀ ਵਾਲੇ, ਉਹਨਾਂ ਥਾਵਾਂ ਤੋਂ ਕਿਸਾਨਾਂ ਨੂੰ ਬੁਲਾ ਕੇ ਤੇ ਕਿਹਾ ਜਾ ਰਿਹਾ, ਨਵੀਆਂ ਜਥੇਬੰਦੀਆਂ ਜਿਨ੍ਹਾਂ ਦੇ ਪਹਿਲਾਂ ਨਾਂ ਨਹੀਂ ਸੁਣੇ ਉਹ ਸਾਹਮਣੇ ਆ ਰਹੇ ਤੇ ਉਹ ਆਣ ਕੇ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ। ਤੇ ਹਰਿਆਣੇ ਵਿੱਚ ਤੁਸੀਂ ਦੇਖੋ ਕਿ ਹਰਿਆਣਾ ਸਰਕਾਰ ਵੱਲੋਂ, ਹਰਿਆਣਾ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਆ ਉਹਨਾਂ ਵੱਲੋਂ ਵੀ ਜਿਹੜਾ ਸਤਲੁਜ ਯਮੁਨਾ ਲਿੰਕ ਦਾ ਮੁੱਦਾ ਇਸ ਢੰਗ ਨਾਲ ਉਭਾਰਿਆ ਜਾ ਰਿਹਾ ਕਿ ਜਿਹੜਾ ਕਿਸਾਨਾਂ 'ਚ ਏਕਤਾ ਬਣੀ ਆ, ਜਾਂ ਪੰਜਾਬ ਤੇ ਹਰਿਆਣੇ ਦੇ ਕਿਸਾਨ ਜਿਹੜੇ ਇੱਕ ਹੋ ਕੇ ਇਕੱਠੇ ਹੋ ਕੇ ਯੂਨਿਟੀ ਕਰਕੇ ਲੜ ਰਹੇ ਆ, ਉਹਨਾਂ ਨੂੰ ਵੀ ਵੰਡਿਆ ਜਾਵੇ। ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਬੀਜੇਪੀ ਦੀ ਯਤਨ ਹੈ, ਕੇਂਦਰ ਸਰਕਾਰ ਦਾ ਯਤਨ ਹੈ, ਸਰਗਰਮ ਯਤਨ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਫੁੱਟ ਪਾਈ ਜਾਵੇ। ਉਵੇਂ ਤਾਂ ਕਿਸਾਨਾਂ ਦੀ ਏਕਤਾ ਹੋ ਰਹੀ ਹੈ ਤੇ ਉਹ ਇਹਨੂੰ ਤੋੜ ਕੇ ਏਕਤਾ ਨੂੰ ਚਾਹੁੰਦੇ ਆ ਕਿ ਇਸ ਅੰਦੋਲਨ ਨੂੰ ਢਾਹ ਮਾਰੀ ਜਾਵੇ। ਅਦਰਵਾਈਜ਼ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ, ਇਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ। ਉਹਦੇ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ, ਨਾਮ ਨਿਹਾਦ ਕਿਸਾਨ ਜਥੇਬੰਦੀਆਂ ਰਾਤੋਂ ਰਾਤ ਖੜੀਆਂ ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ। ਇਹਨਾਂ ਦੇ ਜਿਹੜੇ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਉਹਨਾਂ ਨੂੰ ਇਹ ਕਹਿ ਸਕਦੇ ਵੀ 10-10 ਬੰਦੇ ਭੇਜੋ, ਜੀ ਉਹਨਾਂ ਨੂੰ ਕਿਸਾਨ ਬਣਾ ਦਿਓ। ਵੈਸੇ ਵੀ ਛੋਟੇ ਫਾਰਮ ਐਸੋਸੀਏਸ਼ਨਾਂ ਬਣੀਆਂ ਹੁੰਦੀਆਂ, ਉਹਨਾਂ ਦੇ 2-2 ਬੰਦੇ ਭੇਜ ਦਿਓ। 20-25 ਬੰਦੇ ਹੀ ਮਿਲੇ ਖੇਤੀਬਾੜੀ ਮੰਤਰੀ ਨੂੰ। ਇਹੋ ਜਿਹੇ ਡੈਲੀਗੇਸ਼ਨ ਤਾਂ ਰੋਜ਼ ਮਿਲਾਈ ਜਾਓ। ਕਹੋ ਵੀ ਸਾਡੇ ਕੋਲ ਕਿਸਾਨ ਆ ਗਏ, ਕਿਸਾਨਾਂ ਨੇ ਕਿਹਾ ਵੀ ਖੇਤੀ ਕਾਨੂੰਨ ਬਹੁਤ ਅੱਛੇ ਨੇ। ਮਤਲਬ ਇੱਕ ਹੋਣਾ ਹੀ ਹੈ ਨਾ, ਤੇ ਇਹੀ ਕਰ ਰਹੇ ਹੋ ਤੁਸੀਂ। ਨਹੀਂ ਜੀ ਜੰਮੂ ਜੀ ਅੱਛੇ ਆ, ਤੇ ਕਿਤੇ ਨਾ ਕਿਤੇ ਤਾਂ ਇਹ ਲੱਗਦਾ ਨਾ ਵਿਰੋਧਾਭਾਸ ਵੀ ਹੈ। ਦੇਖੋ ਇਹੀ ਖੇਤੀ ਮੰਤਰੀ ਜਿਹੜਾ ਹੈ, ਇਹੀ ਜਿਹੜਾ ਰੇਲਵੇ ਮੰਤਰੀ ਹੈ, ਇਹੀ ਜਿਹੜਾ ਗ੍ਰਹਿ ਮੰਤਰੀ ਹੈ, ਕਿਸਾਨਾਂ ਨੂੰ ਇਹ ਗੱਲ ਕਹਿ ਰਿਹਾ ਹੈ ਕਿ ਇਹ ਜਿਹੜੇ ਨੁਕਸ ਹੈ ਉਹਨਾਂ ਨੇ ਬਕਾਇਦਾ ਕੈਬਨਿਟ 'ਚੋਂ ਪਾਸ ਕੀਤੇ ਆ ਤੇ ਉਹਨਾਂ ਨੂੰ ਸੋਧਣ ਲਈ ਤਿਆਰ ਹੈ, ਤੇ ਫਿਰ ਉਹ ਠੀਕ ਕਿੱਦਾਂ ਹੋ ਗਏ? ਮਤਲਬ ਇਹ ਤਾਂ ਡਬਲ ਸਟੈਂਡਰਡ ਹੈ ਨਾ, ਦੋਹਰਾ ਮਿਆਰ ਹੈਗਾ ਸਰਕਾਰ ਦਾ। ਇਸ ਕਰਕੇ ਜਿਹੜੇ ਪਿਊਸ਼ ਗੋਇਲ ਨੇ, ਜਿਹੜੇ ਵਣਜ ਮੰਤਰੀ ਵੀ ਨਾਲ, ਉਹ ਰੇਲਵੇ ਮੰਤਰੀ ਦੇ ਤੌਰ ਤੇ ਨਹੀਂ ਬੈਠਦੇ। ਕਿਉਂਕਿ ਉਹ ਜਿਹੜਾ ਪਹਿਲਾ ਕਾਨੂੰਨ ਆ ਉਹਦੇ ਵਿੱਚ ਵਣਜ ਨਾਲ ਸੰਬੰਧਿਤ ਟ੍ਰੇਡ ਤੇ ਉਹ ਇਸ ਕਰਕੇ ਬੈਠਦੇ ਆ ਵੀ ਉਹਦੇ ਤੇ ਰਾਏ ਦਿੰਦੇ ਆ, ਨਾਲ ਰੇਲਾਂ ਦੀ ਵੀ ਮਾੜੀ ਮੋਟੀ ਗੱਲ ਕਰ ਲੈਂਦੇ ਆ। ਮਤਲਬ ਬੇਸਿਕਲੀ ਤਾਂ ਉਹ ਇਸ ਲਈ ਬੈਠਦੇ ਆ। ਜਿਹੜੇ ਖੇਤੀਬਾੜੀ ਮੰਤਰੀ ਹੈ, ਕਮਾਲ ਦਾ ਇਸ ਹਿੰਦੁਸਤਾਨ ਦੇ ਵਿੱਚ ਹੈਗਾ ਜਿਹਦੇ ਕੋਲ ਆਪਣੇ ਕੋਲ 1 ਇੰਚ ਜ਼ਮੀਨ ਨਹੀਂ ਹੈਗੀ, ਉਹ ਖੇਤੀਬਾੜੀ ਮੰਤਰੀ ਹੈ। ਜਿਹੜੇ ਦੇਸ਼ ਦੀ ਖੇਤੀਬਾੜੀ ਨੀਤੀ ਨਹੀਂ ਤੇ ਖੇਤੀਬਾੜੀ ਮੰਤਰੀ ਹੈਗਾ। ਮਤਲਬ ਇਹ ਸਾਰਾ ਕੁਝ ਬਿਨਾਂ ਕਿਸਾਨਾਂ ਦੀ ਸਲਾਹ ਮਸ਼ਵਰੇ ਨਾਲ ਕੀਤਾ ਗਿਆ। ਇਹ ਸਾਰੇ ਕਾਨੂੰਨ ਜਿਹੜੇ ਆ ਇਹ ਕਾਰਪੋਰੇਟ ਲਈ ਬਣਾਏ ਗਏ। ਮਤਲਬ ਈਵਨ ਸੰਯੁਕਤ ਰਾਸ਼ਟਰ ਨੇ ਵੀ ਇਹਦਾ ਨੋਟਿਸ ਲਿਆ। ਉਹਨਾਂ ਕਿਹਾ ਵੀ ਤੁਸੀਂ ਸਮਝੌਤੇ ਤੇ ਦਸਤਖਤ ਕੀਤੇ ਹੋਏ ਆ, ਤੁਸੀਂ ਕਿਹਾ ਵੀ ਜਿਹੜੇ ਸਟੇਕ ਹੋਲਡਰ ਨੇ ਉਹਨਾਂ ਨੂੰ ਸਲਾਹ ਮਸ਼ਵਰੇ ਤੋਂ ਬਿਨਾਂ ਕਾਨੂੰਨ ਨਹੀਂ ਬਣਾਏ ਜਾਣਗੇ। ਜੇ ਕੋਈ ਕਿਸੇ ਕਾਨੂੰਨ ਦਾ ਉਹਨਾਂ ਦੇ ਮਾੜਾ ਅਸਰ ਪੈਂਦਾ ਹੋਵੇ ਤਾਂ ਸਲਾਹ ਮਸ਼ਵਰਾ ਜ਼ਰੂਰ। ਤੁਸੀਂ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਜਿੱਥੇ ਤੁਸੀਂ ਦਸਤਖਤ ਕੀਤੇ ਉਹਨਾਂ ਦੀ ਵੀ ਸਲਾਹ ਨਹੀਂ ਮੰਨੀ ਦੁਨੀਆ ਭਰ ਦੇ ਵਿੱਚ। ਇਸ ਕਰਕੇ
ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਨਾ ਦੁਨੀਆ ਭਰ ਦੇ ਵਿੱਚ। ਮੋਦੀ ਮੁਰਦਾਬਾਦ ਤਾਂ ਹੀ ਹੋ ਰਿਹਾ ਨਾ। ਮਤਲਬ ਤੁਸੀਂ ਸਾਰਾ ਕੁਝ ਅਣਗੌਲਿਆਂ ਕਰਕੇ ਮਤਲਬ ਇਹ ਸਾਰਾ ਕੁਝ ਕਰ ਰਹੇ ਹੋ। ਤੁਸੀਂ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜੇ ਪਹਿਲਾਂ ਮੋਦੀ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀ, ਹੁਣ ਮੁਰਦਾਬਾਦ ਦੇ ਲੱਗ ਰਹੇ। ਜੀ ਨਹੀਂ ਜੰਮੂ ਜੀ, ਤੁਸੀਂ ਦੇਖੋ ਕੱਲ ਹੁਣ ਜਦੋਂ ਕਾਸ਼ੀ 'ਚ ਗਏ ਪ੍ਰਧਾਨ ਮੰਤਰੀ, ਤਾਂ ਉੱਥੇ 5000 ਦੇ ਕਰੀਬ ਜਿਹੜਾ ਹੈ ਪੰਜਾਬੀ ਕਿਸਾਨ ਜਿਹੜਾ ਉੱਥੇ ਬੈਠਾ ਹੋਇਆ ਜਾ ਕੇ, ਜਦੋਂ ਇੱਕ ਵਾਰੀ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਸੱਦਾ ਦਿੱਤਾ ਗਿਆ ਸੀ ਉਸ ਇਲਾਕੇ ਦੀ ਜ਼ਮੀਨ ਨੂੰ ਬਣਾਉਣ ਲਈ, ਆਬਾਦ ਕਰਨ ਦੇ ਲਈ, ਔਰ ਬਕਾਇਦਾ ਉੱਥੇ ਉਹਨਾਂ ਨੂੰ ਸੱਦਿਆ ਗਿਆ ਔਰ ਉਹਨਾਂ ਨਾਲ ਕੱਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੀ ਅੱਗੇ ਬਾਤ ਨਹੀਂ ਸੀ ਪੁੱਛਦੇ, ਔਰ ਉੱਥੇ ਵੀ ਇਹ ਕੋਸ਼ਿਸ਼ ਕੀਤੀ ਗਈ ਹੈ ਇਹ ਕਹਿਣ ਦੀ ਕਿ ਇਹ ਬਿੱਲ ਠੀਕ ਹੈ। ਨਹੀਂ ਜੰਮੂ ਜੀ, ਤੁਸੀਂ ਦੇਖੋ ਨਾ ਖੇਤੀ ਮੰਤਰੀ ਕੀ ਕਹਿ ਰਿਹਾ, ਕਹਿੰਦਾ ਜੀ ਕਿ ਸਾਨੂੰ 303 ਸੀਟਾਂ ਇਸ ਕਰਕੇ ਲੋਕਾਂ ਨੇ ਜਿਤਾ ਕੇ ਦਿੱਤੀਆਂ ਹੈਗੀਆਂ ਕਿ ਤੁਸੀਂ ਇਹ ਰਿਫਾਰਮ ਕਰੋ। ਬਿਲਕੁਲ ਨਹੀਂ, ਕਿਉਂਕਿ ਇਹ ਮੁੱਦਾ ਹੀ ਨਹੀਂ ਸੀਗਾ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ। ਤੁਸੀਂ ਸਵਾਮੀਨਾਥਨ ਲਾਗੂ ਕਰਨ ਲਈ ਕਿਹਾ ਸੀਗਾ, ਸਵਾਮੀਨਾਥਨ ਲਾਗੂ ਨਹੀਂ ਕੀਤਾ, ਉਹਦੇ ਉਲਟ ਤੁਸੀਂ ਅਦਾਲਤ 'ਚ ਹਲਫੀਆ ਬਿਆਨ ਦਿੱਤਾ, ਮਤਲਬ ਇਹ ਦਿੱਤਾ ਵੀ ਇਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇੱਥੇ ਹੀ ਸਾਡੇ ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਤੇ ਆਓ ਦੇਖਦੇ ਹਾਂ ਕਿ ਸੁਪਰੀਮ ਕੋਰਟ 'ਚ ਜਿਹੜੀ ਸੁਣਵਾਈ ਚੱਲ ਰਹੀ ਹੈ ਤੇ ਜਿਹੜੀਆਂ ਸਰਕਾਰਾਂ ਤੋਂ ਉਹਨਾਂ ਨੇ ਜਵਾਬ ਮੰਗਿਆ ਕੱਲ, ਉਹ ਕੀ ਜਵਾਬ ਲੈ ਕੇ ਜਾਂਦੀਆਂ ਤੇ ਸੁਪਰੀਮ ਕੋਰਟ ਉਹਦੇ ਤੇ ਕੀ ਅੱਗੇ ਸੁਣਵਾਈ ਕਰਦੀ ਹੈ। ਇਹ ਕੱਲ ਫਿਰ ਇਹਦੇ ਤੇ ਚਰਚਾ ਕਰਾਂਗੇ। ਤੁਹਾਡਾ ਸਾਡੇ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।